ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਰਾਗ ਤਨਾਸਰੀ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਸ਼ਬਦ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਘਰ ਛੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ। ਰਾਗ ਤਨਾਸਰੀ ਹੈ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਪਾਵਨ ਸ੍ਰੀ ਮੁਖ ਵਾਕ ਸ਼ਬਦ ਹੈ। ਘਰ ਛੇਵੇਂ ਘਰ ਸੁਰਤਾਲ ਵਿੱਚ ਪਵਿੱਤਰ ਸ਼ਬਦ ਨੂੰ ਗਾਉਣ ਦਾ ਹੁਕਮ ਹੈ। ਏਕ ਅਦੁੱਤੀ ਪਰਮਾਤਮਾ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਨਿਰੰਕਾਰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜੀਓ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਮੈਂ ਬੇਨਤੀ ਕਰਦਾ ਹਾਂ, ਹੇ ਰੱਬ ਦੇ ਪਿਆਰਿਓ ਸੰਤ ਜਨੋ, ਨਿਰੰਕਾਰ ਦੀ ਸਾਧਨਾ ਕਰਨ ਵਾਲੇ ਸਤਿਪੁਰਸ਼ੋ, ਤੁਸੀਂ ਮੇਰੇ ਪਿਆਰੇ ਹੋ। ਮੈਂ ਤੁਹਾਡੇ ਚਰਨਾਂ ਵਿੱਚ ਬਿਨੋ ਕਰਦਾ। ਮੇਰੀ ਸਾਡੀ ਤੁਹਾਨੂੰ ਬਿਨੋ ਹੈ, ਬੇਨਤੀ ਹੈ। ਹਰ ਬਿਨ ਮੁਕਤ ਨਾ ਕਾਹੂ ਜੀਓ। ਇਹ ਸਮਝ ਲਓ ਦੁਨੀਆ ਦੇ ਲੋਗੋ ਕਿ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਭਜਨ ਤੋਂ ਬਿਨਾ ਮੁਕਤੀ ਨਹੀਂ ਹੈ। ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਪਰਮੇਸ਼ਰ ਦੇ ਭਜਨ ਤੋਂ ਬਿਨਾ ਮੁਕਤੀ ਨਹੀਂ ਹੈ। ਹਰ ਬਿਨ ਮੁਕਤ ਨਾ ਕਾਹੂ ਜੀਓ। ਕਦੇ ਵੇਖਿਆ ਪਰਮੇਸ਼ਰ ਦੇ ਨਾਮ ਤੋਂ ਬਿਨਾ ਕੋਈ ਮੁਕਤ ਹੋਇਆ? ਚਾਹੇ ਉਹ ਸਤਯੁਗ ਤ੍ਰੇਤਾ ਦੁਆਪਰ ਕਿਉਂ ਨਹੀਂ ਸੀ, ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਕੋਈ ਵੀ ਮੁਕਤ ਨਹੀਂ ਹੈ। ਰਹਾਉ ਮਨ ਨਿਰਮਲ ਕਰਮ ਕਰ ਤਾਰਨ ਤਰਨ। ਹਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ। ਮਨ ਨਿਰਮਲ ਕਰਮ ਕਰ ਤਾਰਨ ਤਰਨ। ਹਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ। ਇੱਕ ਛੰਦ ਹੁੰਦਾ ਝੋਲਣਾ। ਝੋਲਣਾ ਛੰਦ ਦੀ ਜਿਹੜੀ ਚਾਲ ਹੁੰਦੀ ਹੈ, ਉਸ ਚਾਲ ਦੇ ਮੁਤਾਬਕ ਇਹਨਾਂ ਪੰਕਤੀਆਂ ਦੀ ਚਾਲ ਹੈ। ਪੰਕਤੀਆਂ ਲੰਮੇਰੀਆਂ ਨੇ ਤੇ ਝੋਲਣਾ ਛੰਦ ਦੀ ਚਾਲ ਦੇ ਮੁਤਾਬਕ ਇਹਨਾਂ ਪੰਕਤੀਆਂ ਦੀ ਚਾਲ ਮਹਾਂਪੁਰਸ਼ ਸੰਥਿਆ ਕਰਾਉਣ ਵੇਲੇ ਦੱਸਦੇ ਨੇ। ਮਨ ਨਿਰਮਲ ਕਰਨ ਕਰ ਤਾਰਨ ਤਰਨ। ਹਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ। ਹੇ ਮੇਰੇ ਮਨ, ਨਿਰਮਲ ਕਰਮ ਕਰ। ਨਿਰਮਲ ਪਵਿੱਤਰ ਕਰਮ, ਸ਼ੁੱਧ ਕਰਮ, ਮਲਨ ਕਰਮ ਨਾ ਕਰੀ। ਨਿਰਮਲ ਕਰਮ, ਹਰ ਕੋ ਨਾਮ ਜਪ। ਨਿਰਮਲ ਕਰਮ ਸ੍ਰੇਸ਼ਟ ਕਰਮ, ਨਿਰਮਲ ਕਰਮ। ਨਿਰਮਲ ਕਰਮ ਉਹ ਹੁੰਦਾ ਜਿਹਦੇ 'ਚ ਕਿਸੇ ਦਾ ਬੁਰਾ ਨਾ ਹੋਵੇ।
ਨਿਰਮਲ ਕਰਮ ਉਹ ਹੁੰਦਾ ਜਿਹਦੇ 'ਚ ਕਿਸੇ ਦਾ ਨੁਕਸਾਨ ਨਾ ਹੋਵੇ, ਉਹ ਨਿਰਮਲ ਕਰਮ ਹੈ। ਜਿਸ ਵਿੱਚ ਕਿਸੇ ਦਾ ਭਲਾ ਹੋਵੇ, ਕਿਸੇ ਦਾ ਉੱਤੇ ਪਰਉਪਕਾਰ ਹੋਵੇ, ਉਹ ਨਿਰਮਲ ਕਰਮ ਹੈ। ਤੋ ਮੇਰਿਆ ਮਨਾ ਨਿਰਮਲ ਕਰਮ ਕਰ, ਉਰੇ ਜਾਣ ਕਿ ਇਹ ਸੰਸਾਰ ਤੋਂ ਤਾਰਨ ਲਈ ਅਗਰ ਕੋਈ ਜਹਾਜ਼ ਹੈ, ਤਾਰਨ ਤਰਨ ਹਰ ਤਿਉ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ, ਉਹੀ ਇਸ ਜਗਤ ਤੋਂ ਤਾਰਨ ਲਈ ਜਹਾਜ਼ ਵਾਂਗਰ ਹੈ। ਬਾਕੀ ਉਹਦੇ ਤੋਂ ਬਿਨਾਂ ਸੰਸਾਰ ਦੇ ਜਿਹੜੇ ਹੋਰ ਜੰਜਾਲ ਨੇ, ਅਵਰ ਜੰਜਾਲ, ਤੇਰਾ ਕਾਹੂ ਨਾ ਕਾਮ ਜੀਓ, ਜਿਹੜੇ ਸੰਸਾਰ ਦੇ ਹੋਰ ਜੰਜਾਲ ਨੇ ਉਹ ਸੱਜਣਾ ਤੇਰੇ ਕਿਸੇ ਕੰਮ ਨਹੀਂ ਜੇ ਆਉਣੇ। ਜਿੰਨੇ ਵੀ ਸੰਸਾਰ ਦੇ ਜੰਜਾਲ ਨੇ ਉਹ ਤੇਰੇ ਕੰਮ ਨਹੀਂ ਆਉਣੇ। ਜੀਵਨ ਦੇਵਾ ਪਾਰ ਬ੍ਰਹਮ ਸੇਵਾ, ਇਹ ਉਪਦੇਸ਼ ਮੋਕੋ ਗੁਰ ਦੀਨਾ ਜੀਓ। ਜਿਹੜਾ ਸੰਸਾਰ ਦੇ ਸਮਸਤ ਜੀਵਾਂ ਨੂੰ ਜੀਵਨ ਦੇਵਾ ਪ੍ਰਕਾਸ਼ ਦੇਣ ਵਾਲਾ ਹੈ, ਪਰਮਾਤਮਾ ਦਾ ਹੀ ਪ੍ਰਕਾਸ਼ ਹੈ ਨਾ ਸੰਸਾਰ ਦੇ ਸਮਸਤ ਜੀਵਾਂ 'ਚ, ਇਸ ਕਰਕੇ ਕਿਹਾ ਜੀਵਨ ਦੇਵਾ। ਇਹੋ ਜਿਹਾ ਜਿਹੜਾ ਪਾਰ ਬ੍ਰਹਮ ਹੈ, ਪਾਰ ਬ੍ਰਹਮ ਸੇਵਾ, ਉਹਦੀ ਸੇਵਾ ਕਰੋ। ਕਹਿੰਦੇ ਇਹ ਉਪਦੇਸ਼ ਮੈਨੂੰ ਮੇਰੇ ਗੁਰੂ ਨੇ ਦਿੱਤਾ ਹੈ। ਇਹ ਉਪਦੇਸ਼ ਮੋਕੋ ਗੁਰ ਦੀਨਾ ਜੀਓ। ਆ ਉਪਦੇਸ਼ ਮੇਰੇ ਗੁਰੂ ਨੇ ਮੈਨੂੰ ਦਿੱਤਾ ਕਿ ਜਿਹੜਾ ਸੰਸਾਰ ਦੇ ਸਮਸਤ ਜੀਵਾਂ ਨੂੰ ਪ੍ਰਕਾਸ਼ ਦੇਣ ਵਾਲਾ ਪਾਰ ਬ੍ਰਹਮ ਹੈ, ਉਹਦੀ ਸੇਵਾ ਕਰੋ। ਇਸ ਸਿਉਣਾ ਲਾਇਆ ਹੀਤ, ਜਾ ਕੋ ਕਿਛ ਨਾਹੀ ਬੀਤ, ਅੰਤ ਕੀ ਵਾਰ ਉਹ ਸੰਗ ਨਾ ਚਾਲੈ। ਸੱਜਣਾ ਜਿਹਦੇ ਨਾਲ ਤੂੰ ਹਿੱਤ ਲਾਈ ਬੈਠਾ ਤੇ ਸਿਉ ਨਾ ਲਾਈਐ ਹੀਤ, ਉਹਦੇ ਨਾਲ ਨਾ ਹਿੱਤ ਲਾ। ਤਿਸ ਸਿਉ ਨਾ ਲਾਈਐ ਹੀਤ, ਜਾ ਕੋ ਕਿਛ ਨਾਹੀ ਬੀਤ। ਜਿਸ ਦਾ ਕੋਈ ਬਾਲੀ ਕੋਈ ਨਹੀਂ, ਬੀਤ ਦਾ ਮਤਲਬ ਬਾਲੀ ਕੋਈ ਨਹੀਂ, ਭਾਵ ਜੋ ਨਸ਼ਵਰ ਹੈ, ਨਾਸ਼ਵਾਨ ਹੈ, ਉਹਦੇ ਨਾਲ ਹਿੱਤ ਨਾ ਲਾ। ਜਿਹਦਾ ਕੋਈ ਸਹਾਰਾ ਨਹੀਂ, ਕੋਈ ਆਸਰਾ ਨਹੀਂ। ਅੰਤ ਕੀ ਬਾਰ, ਅੰਤ ਦੇ ਵੇਲੇ ਉਹ ਤੇਰੇ ਨਾਲ ਨਹੀਂ ਚੱਲਣਾ ਜਿਹਦੇ ਨਾਲ ਤੂੰ ਹਿੱਤ ਲਾਈ ਬੈਠਾ। ਅੰਤ ਦੇ ਵੇਲੇ ਉਹ ਤੇਰੇ ਨਾਲ ਨਹੀਂ ਚੱਲਣਾ ਜਿਸ ਦੇ ਨਾਲ ਤੂੰ ਆਪਣਾ ਹਿੱਤ ਲਾਈ ਬੈਠਾ ਹੈ। ਮਨ ਤਨ ਤੂੰ ਆਰਾਧ, ਹਰ ਕੇ ਪ੍ਰੀਤਮ ਸਾਧ। ਇਹ ਸੱਜਣਾ ਹਾਲੇ ਵੀ ਵੇਲਾ ਮਨ ਕਰਕੇ ਤਨ ਕਰਕੇ ਤੂੰ ਉਸ ਹਰੀ ਪਰਮੇਸ਼ਰ ਦੀ ਆਰਾਧਨਾ ਕਰ। ਮਨ ਤਨ ਤੂੰ ਆਰਾਧ, ਹਰ ਕੇ ਪ੍ਰੀਤਮ ਸਾਧ। ਹਰੀ ਦੇ ਜਿਹੜੇ ਪ੍ਰੀਤਮ ਸਾਧੂ ਜਨ ਨੇ, ਉਹਨਾਂ ਦੀ ਸੰਗਤ ਕਰਕੇ, ਉਹਨਾਂ ਦੇ ਸੰਗ ਵਿੱਚ ਬੈਠ ਕੇ ਤੂੰ ਮਨ ਕਰਕੇ ਤਨ ਕਰਕੇ ਹਰੀ ਨੂੰ ਆਰਾਧ। ਕਿਉਂਕਿ ਸਾਧ ਸੰਗਤ ਦੇ ਤੁਲ ਕੁਝ ਵੀ ਨਹੀਂ। ਸਾਧੂ ਜਨਾਂ ਦੀ ਸੰਗਤ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਹੈ। ਸਾਧ ਸੰਗਤ ਸੱਚਖੰਡ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਨੂੰ ਸੱਚਖੰਡ ਦੇ ਤੁਲ ਕਿਹਾ ਕਿ ਸਾਧੂ ਜਨਾਂ ਦੇ ਸੰਗ ਵਿੱਚ ਬੈਠ ਕੇ ਮਨ ਕਰਕੇ ਔਰ ਤਨ ਕਰਕੇ ਹਰੀ ਨੂੰ ਆਰਾਧ। ਜਾ ਕੈ ਸੰਗ ਤੇਰੇ ਬੰਧਨ ਛੂਟੈ। ਇੱਕ ਸਾਧ ਸੰਗਤ ਦੀ ਬਰਕਤ ਹੀ ਐਸੀ ਬਰਕਤ ਹੈ ਜਿਨ੍ਹਾਂ ਦੀ ਸੰਗਤ ਕਰਕੇ ਤੇਰੇ ਬੰਧਨ ਛੁੱਟ ਸਕਦੇ ਨੇ, ਤੂੰ ਬੰਧਨਾਂ ਤੋਂ ਮੁਕਤ ਹੋ ਸਕਦਾ। ਤੇਰੇ ਬੰਧਨ ਛੂਟੈ, ਤੇਰੇ ਬੰਧਨ ਕੱਟੇ ਜਾ ਸਕਦੇ ਨੇ, ਤੂੰ ਬੰਧਨਾਂ ਤੋਂ ਮੁਕਤ ਹੋ ਸਕਦਾ। ਇਹਦੇ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ।
ਸਾਧ ਸੰਗਤ ਵਿੱਚ ਜੁੜ ਕੇ ਪਰਮੇਸ਼ਰ ਦੀ ਆਰਾਧਨਾ ਕਰ। ਜਿਹੜੇ ਸਾਧ ਸੰਗਤ ਵਿੱਚ ਆਰਾਧਦੇ ਨੇ ਉਹਨਾਂ ਦੀ ਜੋੜੀ ਜੁੜ ਜਾਂਦੀ ਹੈ, ਪਰਮੇਸ਼ਰ ਨਾਲ ਸੁਰਤ ਜੁੜ ਜਾਂਦੀ ਹੈ। ਪਰਮੇਸ਼ਰ ਨਾਲੋਂ ਵਿਛੜੇ ਹੋਏ ਜੁੜ ਜਾਂਦੇ ਨੇ ਪਰਮੇਸ਼ਰ ਨਾਲ ਜਦੋਂ ਸਾਧ ਸੰਗਤ ਵਿੱਚ ਬੈਠ ਕੇ ਮਨ ਔਰ ਤਨ ਕਰਕੇ ਉਸ ਨਿਰੰਕਾਰ ਦੀ ਆਰਾਧਨਾ ਕਰੀਏ। ਗਾਹੋ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛ ਪਟਲ ਨਾ ਕੀਜੈ। ਏ ਮੇਰੇ ਮਨ, ਪਾਰ ਬ੍ਰਹਮ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰ। ਗਹੋ ਪਾਰ ਬ੍ਰਹਮ ਸ਼ਰਨ, ਪਾਰ ਬ੍ਰਹਮ ਦੀ ਸ਼ਰਨ ਗ੍ਰਹਿਣ ਕਰ, ਯਾਨੀ ਕਿ ਸ਼ਰਨ ਚ ਪੈ ਜਾ। ਹਿਰਦੈ ਕਮਲ ਚਰਨ, ਔਰ ਆਪਣੇ ਹਿਰਦੇ ਚ ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲ ਜੋ ਹਨ ਉਹਨਾਂ ਨੂੰ ਵਸਾ, ਉਹਨਾਂ ਨੂੰ ਧਾਰਨ ਕਰ। ਅਵਰ ਆਸ ਕਛ ਪਟਲ ਨਾ ਕੀਜੈ। ਪਟਲ ਕਹਿੰਦੇ ਨੇ ਪੜਦੇ ਨੂੰ। ਆ ਜਿਹੜੀਆਂ ਹੋਰ ਆਸਾਂ ਨੇ ਨਾ, ਇਹਨਾਂ ਦਾ ਪੜਦਾ ਨਾ ਕਰ। ਪ੍ਰਮਾਤਮਾ ਦੇ ਸਾਹਮਣੇ ਤੇ ਆਪਣੇ ਵਿਚਕਾਰ ਪੜਦਾ ਨਾ ਕਰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਸਾਨੂੰ ਸਾਰੇ ਲੋਕਾਂ ਦੀ, ਬੰਦਿਆਂ ਦੀ, ਸੰਸਾਰੀ ਵਸਤੂਆਂ ਦੀ ਆਸ ਹੁੰਦੀ ਹੈ ਨਾ, ਉਦੋਂ ਪ੍ਰਮਾਤਮਾ ਦੇ ਸਾਹਮਣੇ ਅਸੀਂ ਇਹ ਪੜਦਾ ਤਾਣਿਆ ਹੋਇਆ ਵੀ ਪਾਰਲੇ ਪਾਸੇ ਰੱਬ ਨਹੀਂ ਦਿਸਦਾ ਜਦੋਂ ਤੱਕ ਇਹ ਪੜਦਾ ਹੈ। ਜਦੋਂ ਇਹਨਾਂ ਸਾਰਿਆਂ ਦੀ ਆਸਾ ਲਾ ਕੇ ਪਰੇ ਸੁੱਟ ਦਈਏ, ਪੜਦਾ ਪਾਸੇ ਕਰ ਦਈਏ, ਤੇ ਪੜਦੇ ਤੋਂ ਪਾਰ ਨਿਰੰਕਾਰ ਦੀ ਜੋਤ ਦੀ ਆਸ ਹਿਰਦੇ 'ਚ ਵੱਜ ਜਾਂਦੀ ਹੈ। ਨਹੀਂ ਤਾਂ ਇਹ ਪੜਦਾ ਹੀ ਹੁੰਦਾ ਹੈ, ਬਾਕੀ ਆਸਾਂ। ਪੰਚਮ ਪਾਤਸ਼ਾਹ ਕਹਿੰਦੇ ਜਿਹੜੀਆਂ ਇਹ ਹੋਰ ਆਸਾਂ ਤੂੰ ਆਪਣੇ ਹਿਰਦੇ 'ਚ ਰੱਬ ਨੂੰ ਛੱਡ ਕੇ ਧਾਰਨ ਕਰੀ ਬੈਠਾ ਨਾ, ਇਹ ਪਟਲ ਨਾ ਕਰ, ਇਹ ਪੜਦਾ ਨਾ ਕਰ, ਇਹ ਪੜਦਾ ਪਾਸੇ ਕਰ ਦੇ। ਬਸ ਇੱਕ ਪਰਮੇਸ਼ਰ ਦੀ ਆਸ ਆਪਣੇ ਹਿਰਦੇ 'ਚ ਰੱਖ, ਨਿਰੰਕਾਰ ਦੀ ਆਸ ਰੱਖ। ਉਹਦੇ ਬਿਨਾਂ ਬੰਦਿਆਂ ਦੀ ਆਸ ਨਾ ਰੱਖੀ। ਦੁਨੀਆ ਦੇ ਬੰਦੇ ਬੜਾ ਨਿਰਾਸ਼ ਕਰਦੇ ਨੇ, ਦੁੱਖ ਦਿੰਦੇ ਨੇ। ਪਰਮਾਤਮਾ ਤੇ ਰੱਖੀ ਹੋਈ ਆਸ ਉਹ ਸੱਤ ਤੇ ਸदैवी ਹੁੰਦੀ। ਇਸ ਕਰਕੇ ਇਹ ਜਿਹੜੇ ਪੜਦੇ ਨੇ ਸੱਜਣਾ ਤੇਰੇ ਅੱਗੇ ਅੱਖਾਂ ਦੇ ਆਏ ਹੋਏ, ਇਹ ਪੜਦਾ ਦੂਰ ਕਰ ਦੇ। ਹੋ ਵੀ ਜਾਂਦਾ ਕਈਆਂ ਦਾ, ਜਦੋਂ ਕਿਸੇ ਬੰਦੇ ਤੇ ਆਸ ਬਹੁਤ ਜ਼ਿਆਦਾ ਹੁੰਦੀ, ਜਦੋਂ ਜਾਓ ਉੱਥੋਂ ਨਿਰਾਸ਼ਾ ਹੱਥ ਲੱਗਦੀ ਹੈ। ਤੇ ਜਦੋਂ ਉੱਥੋਂ ਨਿਰਾਸ਼ਾ ਹੱਥ ਲੱਗਦੀ ਤੇ ਫਿਰ ਕਹਿੰਦਾ ਹੁਣ ਤਾਂ ਰੱਬ ਦੀ ਆਸ ਹੈ। ਅਖੀਰਲਾ ਹਿੱਲਾ ਇਹ ਸੀ, ਹੁਣ ਤਾਂ ਰੱਬ ਦੀ ਆਸ ਹੈ। ਜਦੋਂ ਰੱਬ ਦੀ ਆਸ ਰੱਖਦਾ ਹੈ ਉਦੋਂ ਹੋਰ ਕਈ ਵਸੀਲੇ ਨਾਲ ਬਣ ਜਾਂਦੇ। ਰੱਬ ਦੀ ਆਸ ਛੱਡ ਕੇ ਬਾਕੀ ਦੇ ਵਸੀਲੇ ਕਰੀ ਜਾਏ ਤੇ ਉਹ ਵਸੀਲੇ ਸਾਰੇ ਫੇਲ ਹੁੰਦੇ ਚਲੇ ਜਾਂਦੇ ਨੇ। ਰੱਬ ਦੀ ਆਸ ਕਰਦਾ ਤੇ ਸਾਰੇ ਕੰਮ ਹੋਣ ਦੇ ਵਸੀਲੇ ਵੀ ਆਪੇ ਬਣੀ ਜਾਂਦੇ। ਇਸ ਕਰਕੇ ਗੁਰਮੁਖਾਂ ਨੇ ਆਪਣੇ ਹਿਰਦੇ ਵਿੱਚੋਂ ਪਰਮਾਤਮਾ ਦੀ ਆਸ ਤੋਂ ਇਲਾਵਾ ਹੋਰ ਆਸ ਬਿਡਾਣੀ ਲਾਹੀ। ਹੋਰ ਜਿੰਨੀਆਂ ਬਗਾਨੀਆਂ ਆਸਾਂ ਸਨ ਉਹ ਗੁਰਮੁਖਾਂ ਨੇ ਆਪਣੇ ਹਿਰਦੇ ਚੋਂ ਲਾਹ ਦਿੱਤੀਆਂ, ਨਿਰਵਿਰਤ ਕਰ ਦਿੱਤੀਆਂ। ਕਹਿੰਦੇ ਧਰ ਜੀਰੇ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ। ਬਿਡਾਨੀ ਦਾ ਮਤਲਬ ਆ ਬਗਾਨੀਆਂ ਆਸਾਂ ਲਾ ਦੇ ਆਪਣੇ ਹਿਰਦੇ ਚੋਂ। ਮੇਰਿਆ ਮਨਾ ਇੱਕ ਤੇ ਆਸ ਰੱਖ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਜਦੋਂ ਨਾਮ ਧਿਆਵਾਂਗੇ ਇੱਕ ਦਾ ਤਾਂ ਕਹਿੰਦੇ ਭਾਈ ਤੇਰੇ ਸਾਰੇ ਕਾਰਜ ਸਿੱਧ ਹੋ ਜਾਣਗੇ, ਰਾਸ ਹੋ ਜਾਣਗੇ। ਸਾਹਿਬ ਕਹਿੰਦੇ ਅਵਰ ਆਸ ਕਛ ਪਟਲ ਨਾ ਕੀਜੈ। ਹੋਰ ਆਸਾਂ ਦਾ ਕੁਝ ਪੜਦਾ ਅੱਗੇ ਨਾ ਕਰ।
ਕੇਵਲ ਪਾਰ ਬ੍ਰਹਮ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰਕੇ ਵਾਹਿਗੁਰੂ ਦੇ ਪਵਿੱਤਰ ਚਰਨ ਕਮਲਾਂ ਨੂੰ ਆਪਣੇ ਹਿਰਦੇ 'ਚ ਧਾਰਨ ਕਰ। ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾ ਕੋ ਕਿਰਪਾ ਕੀਜੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਜਿਨ੍ਹਾਂ ਤੇ ਵਾਹਿਗੁਰੂ ਜੀ ਪਰਮੇਸ਼ਰ ਜੀ ਆਪਣੀ ਕਿਰਪਾ ਕਰਦੇ ਨੇ ਉਹੀ ਭਗਤ ਨੇ, ਉਹੀ ਗਿਆਨੀ ਨੇ, ਉਹੀ ਧਿਆਨੀ ਨੇ, ਜਿਨ੍ਹਾਂ ਤੇ ਪਰਮੇਸ਼ਰ ਦੀ ਕਿਰਪਾ ਹੋਵੇ, ਪ੍ਰਭੂ ਦੀ ਕਿਰਪਾ ਹੋਵੇ। ਪਰਮੇਸ਼ਰ ਦੀ ਕਿਰਪਾ ਦੇ ਪਾਤਰ ਬਣੇ ਹੋਏ ਗਿਆਨੀ ਨੇ, ਧਿਆਨੀ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਦੇ ਵਿੱਚ ਤਿੰਨ ਜੀਵ ਜਿਹੜੇ ਹੁੰਦੇ ਨੇ ਉਹਨਾਂ ਜੈਸੀ ਇੱਕ ਨਵੇਕਲੀ ਬਿਰਤੀ ਹੈ। ਭਾਈ ਗੁਰਦਾਸ ਜੀ ਲਿਖੇ ਤਿੰਨ ਜੀਵਾਂ ਵਰਗੀ ਨਵੇਕਲੀ ਬਿਰਤੀ ਕਿਹੜੀ ਕਿਹੜੀ? ਕੱਛੂ ਕੁੰਮੇ ਦੀ, ਕੂੰਜ ਦੀ ਤੇ ਹੰਸ ਦੀ। ਹੰਸ ਦੇ ਵਿੱਚ ਦੁੱਧ ਤੇ ਪਾਣੀ ਨੂੰ ਵੱਖਰਾ ਕਰਨ ਦਾ ਗੁਣ ਹੈ। ਕੱਛੂ ਕੁੰਮਾ ਉਹ ਆਪਣਾ ਸਾਰਾ ਕੁਝ ਸੰਕੋਚ ਕੇ ਖੋਪੜੀ ਜੀ ਵਿੱਚ ਕਰ ਲੈਂਦਾ, ਧਿਆਨ ਦੀ ਇਕਾਗਰਤਾ ਉਹਦੀ ਬੜੀ ਹੁੰਦੀ। ਤੇ ਕੂੰਜ ਦੇ ਵਿੱਚ ਸਿਮਰਨ ਦੀ ਬੜੀ ਤਾਕਤ ਹੁੰਦੀ। ਉਹ ਆਪਣੇ ਸਿਮਰਨ ਦੇ ਨਾਲ ਹੀ ਆਪਣੇ ਬੱਚਿਆਂ ਨੂੰ ਪਾਲਦੀ ਹੈ। ਮਨ ਮਹਿ ਸਿਮਰਨ ਗੁਰਬਾਣੀ ਚ ਪਾਤਸ਼ਾਹ ਨੇ ਊਡੇ ਊੜਾਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਗੁਰ ਸਿੱਖ ਵਿੱਚ ਕੂੰਜ ਵਾਂਗੂ ਸਿਮਰਨ ਕਰਨ ਦੀ ਤਾਕਤ ਹੈ, ਕੱਛੂ ਕੁੰਮੇ ਵਾਂਗੂ ਧਿਆਨ ਨੂੰ ਇਕਾਗਰ ਕਰਨ ਦੀ ਬਿਰਤੀ ਹੈ, ਔਰ ਹੰਸ ਵਾਂਗੂ ਗਿਆਨ ਦੀ ਬਿਰਤੀ ਹੈ, ਸੱਚ ਤੇ ਝੂਠ ਦਾ ਨਿਤਾਰਾ ਕਰ ਲੈਣਾ। ਸੋਈ ਗਿਆਨੀ ਹੈ, ਸੋਈ ਧਿਆਨੀ ਹੈ, ਸੋਈ ਭਗਤ ਹੈ ਜਿਸ ਤੇ ਮੇਰੇ ਪ੍ਰਭੂ ਨੇ ਆਪਣੀ ਕਿਰਪਾ ਕਰ ਦਿੱਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਏ ਪਵੇ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।